ਇਹ ਸਰਕਾਰਾਂ ਜਦੋਂ ਵੋਟਾਂ ਲੈਣ ਆਉਂਦੀਆਂ ਹੁਣ 2022 ਦੀਆਂ ਵੋਟਾਂ ਆ ਗਈਆਂ, ਇਹ ਜਦੋਂ ਆਉਣਗੇ ਘਰ ਘਰ ਆਉਣਗੇ, ਪਿੰਡ ਪਿੰਡ ਆਉਣਗੇ, ਇਹ ਆ ਕੇ ਵਾਅਦੇ ਫਿਰ ਕਰਨਗੇ ਕਿ ਅਸੀਂ ਤੁਹਾਨੂੰ ਮਕਾਨ ਦੇ ਦਿਆਂਗੇ, ਫਲੱਸ਼ਾਂ ਬਣਾ ਦਿਆਂਗੇ, ਨਾਲੀਆਂ ਬਣਾ ਦਿਆਂਗੇ, ਪਰ ਕੀ ਲੱਗਦਾ ਵੋਟਾਂ ਤੋਂ ਬਾਅਦ? ਸਰ ਜੀ ਸਾਨੂੰ ਕੋਈ ਉਮੀਦ ਨਹੀਂ ਗੀ, ਪਤਾ ਨਹੀਂ ਕਿੰਨਾ ਵਾਰੀ ਆ ਚੁੱਕਿਆ, ਸਾਨੂੰ 30-35 ਸਾਲ ਹੋ ਗਏ ਆ, 5 ਸਾਲ ਬਾਅਦ ਆ ਜਾਂਦੇ ਆ, ਕੋਈ ਯਾਨੀ ਕਿ ਲੀਡਰ ਆਉਂਦੇ ਆ ਕਹਿੰਦੇ ਕਮਰੇ ਤੁਹਾਡੇ ਪਵਾ ਦਿਆਂਗੇ ਜੀ, ਪਰ ਕਮਰੇ ਕੋਈ ਨਹੀਂ ਪਵਾ ਦਿੰਦਾ ਜੀ। ਵੀ ਦਿਖਾਵਾਂਗੇ, ਤੁਸੀਂ ਦੇਖ ਸਕਦੇ ਹੋ ਗਰੀਬੀ ਦਾਅਵੇ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਅੰਦਰ ਦੀਆਂ ਤਸਵੀਰਾਂ ਨੇ, ਇਹ ਕਿਚਨ ਆ, ਇੱਕ ਗਰੀਬ ਦਾ ਕਿਚਨ ਆ, ਜਿਸ ਦੇ ਵਿੱਚ ਇੱਕ ਛੋਟਾ ਜਿਹਾ ਆਪਾਂ ਦੇਖ ਸਕਦੇ ਆ ਕਿ ਜਿਹਦੇ 'ਚ ਲੰਘ ਕੇ ਅੰਦਰ 2 ਬੰਦਿਆਂ ਨੂੰ ਜਿਹੜਾ ਖੜਨਾ ਉਹ ਵੀ ਮੁਸ਼ਕਲ ਦੇ ਨਾਲ ਖੜਿਆ ਜਾ ਸਕਦਾ। ਇਹਨੂੰ ਕਿਚਨ ਦਾ ਰੂਪ ਦਿੱਤਾ ਹੋਇਆ, ਯਾਨੀ ਕਿ ਇਹ ਕਿਚਨ ਆ, ਇਸ ਦੇ ਵਿੱਚ ਜਿਹੜਾ ਆਪਣਾ ਰੋਟੀ ਟੋਕਾ ਇਹ ਗਰੀਬ ਆਪਣਾ ਗੁਜ਼ਾਰਾ ਕਰਦੇ ਨੇ। ਤੇ ਤੁਹਾਡੀ 60-65 ਸਾਲ ਦੀ ਉਮਰ ਦੇ ਵਿੱਚ ਜਦੋਂ ਤੋਂ ਤੁਸੀਂ ਇੱਥੇ ਵਿਆਹ ਕੇ ਆਏ ਹੋ ਉਦੋਂ ਤੋਂ ਅੱਜ ਤੱਕ ਕੋਈ ਤੁਹਾਨੂੰ ਸਰਕਾਰੀ ਸਹੂਲਤ ਮਿਲੀ? ਨਹੀਂ ਸਹੂਲਤ ਆਈ, ਕੋਈ ਸਾਨੂੰ ਸਹੂਲਤ ਨਹੀਂ ਮਿਲੀ। ਫਿਰੋਜ਼ਪੁਰ ਦਿਹਾਤੀ MLA ਮੈਡਮ ਸਤਕਾਰ ਕੌਰ ਗਹਿਰੀ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਵਿਕਾਸ ਆ ਉਹਦੇ ਵੱਲ ਦੇਖਿਆ ਜਾਵੇ। ਮਕਾਨ ਆਏ ਪਿਛਲੇ 30 ਸਾਲ ਤੋਂ ਕਹਿ ਰਿਹਾ ਕਿ ਸਾਡੇ ਮਕਾਨ ਨਹੀਂ ਬਣੇ, ਕੀ ਤੁਹਾਡੀ ਨਜ਼ਰ ਨਹੀਂ ਪਈ ਇਹਨਾਂ ਮਕਾਨਾਂ ਦੇ ਉੱਪਰ? ਤੁਸੀਂ ਸਰਪੰਚ ਬਣਾਇਆ, ਤੁਹਾਨੂੰ ਵੀ ਵੋਟਾਂ ਪਾ ਕੇ ਲੋਕਾਂ ਨੇ, ਕਿ ਇਹ ਬਣੇ ਕਿਉਂ ਨਹੀਂ ਮਕਾਨ? ਕੀ ਲੱਗਦਾ ਜਿਹੜੇ ਬਲਾਕਾਂ ਦੇ ਵਿੱਚ ਅਫਸਰ ਬੈਠੇ ਜਿਹੜੇ ਇਹਨਾਂ ਮਕਾਨਾਂ ਨੂੰ ਜਾਂ ਇਹਨਾਂ ਫਲੱਸ਼ਾਂ ਟਾਇਲਟ ਬਣਦੀਆਂ ਇਹਨਾਂ ਨੂੰ ਅਪਰੂਵ ਕਰਦੇ ਆ, ਕੀ ਲੱਗਦਾ ਉੱਥੇ ਵੀ ਕੋਈ ਘਪਲੇ ਚੱਲਦੇ ਆ ਕਿ ਜਿਹੜੇ ਉਲਟ ਬੰਦਿਆਂ ਦੇ ਦੂਜਿਆਂ ਦੇ ਕਰਦੇ? ਅੱਛਾ, ਇੱਕ ਇਲਜ਼ਾਮ ਇਹ ਲਾ ਰਹੇ ਨੇ ਕਿ ਜਿਹੜੇ ਫਲੱਸ਼ਾਂ ਵਾਲੇ ਨੇ ਉਹ ਪੈਸੇ ਮੰਗਦੇ ਨੇ, ਉਹ ਪੈਸੇ ਆਪ ਹੀ ਮੰਗਦੇ ਨੇ ਜਾਂ ਉਹਦੇ 'ਚ ਸਰਪੰਚ ਦਾ ਵੀ ਕੋਈ ਹਿੱਸਾ ਪੱਤੀ ਹੁੰਦਾ? ਨਹੀਂ, ਹਾਂਜੀ ਉਹ ਸਰ ਜੀ ਘਪਲੇ ਚੱਲਦੇ ਆ ਨਾ ਜੀ। ਆਪਣੇ ਕੋਲ ਇੰਨਾ ਪੈਸਾ ਹੈ ਨਹੀਂਗਾ ਕਿਸੇ ਨੂੰ ਖਵਾਉਣ ਦਾ, ਕਿਸੇ ਨੂੰ ਦੇਣ ਦਾ। ਹਰੇਕ ਜੇ ਟਾਇਲਟ ਬਣਾਉਣੀ ਹੈ ਤਾਂ 5000 ਪਹਿਲਾਂ ਦੇਣਾ ਪੈਂਦਾ ਜੀ। ਅੱਛਾ, ਜੇ ਫਲੱਸ਼ ਬਣਾਉਣੀ ਜਿਹੜੀ ਸਰਕਾਰੀ ਸਹੂਲਤ ਆਉਂਦੀ ਉਹ 5000 ਦੇਣਾ ਪੈਂਦਾ? ਕੌਣ 5000 ਮੰਗਦਾ? ਮੰਨ ਲਓ ਜੇ ਰੀਡਰ ਆਉਂਦੇ ਆ ਜੀ ਮਾੜੇ ਮੋਟੇ ਜਿਹੜੇ ਉੱਤੋਂ ਥੱਲੇ ਵਾਲੇ, ਮੰਨ ਲਓ ਜੀ 12000 ਰੁਪਏ ਇੱਕ ਲੈਟਰਿੰਗ ਬਾਥਰੂਮ ਦਾ ਆ ਜਾਂਦਾ ਜੀ, ਟਾਇਲਟ ਦਾ ਆ ਜਾਂਦਾ ਜੀ। 12000 ਮਸੀ ਹੈ ਜੀ, ਉਹਦੇ ਵਿੱਚ 6000 7000 ਪਹੁੰਚੇ ਜਿੰਨੇ ਟਾਇਲਟ ਜਿੰਦੀ ਬਣਨੀ ਹੋਊਗੀ। ਹਾਂਜੀ, 5-5000 ਰੁਪਏ ਲੈ ਜਾਂਦੇ ਆ ਤਕਰੀਬਨ, ਚਾਹੇ ਉਹ ਗਰੀਬ ਹੋਵੇ ਕੋਈ ਮਰਜ਼ੀ ਹੋਵੇ ਜੀ। ਹਾਂਜੀ ਜੀ। ਅੱਛਾ, ਲੱਗਦਾ ਕਿ ਕੋਈ ਗਲਤ ਵੀ ਲੋਕਾਂ ਦੀਆਂ ਟਾਇਲਟ ਤੇ ਮਕਾਨ ਬਣਾਏ ਜਾਂਦੇ ਇਹਨਾਂ ਅਫਸਰਾਂ ਦੁਆਰਾ? ਸਰ ਜੀ ਐਵੇਂ ਜੀ ਇਹਦਾ ਸਿੱਕਾ ਬਾਹਲਾ ਚੱਲਦਾ ਜੀ, ਆਪ ਰਲ ਮਿਲ ਕੇ ਜੋ ਰਲ ਭੁਗਤ ਕਰ ਲਈ, ਜਿੰਦਾ ਕੋਈ ਅਫਸਰ ਲੱਗਾ ਹੁੰਦਾ ਉਹਦੇ ਕਮਰੇ ਜਲਦੀ ਪੈ ਜਾਂਦੇ ਆ। ਬਾਕੀ ਜਿਹੜਾ ਸਾਡੇ ਵਾ ਗਰੀਬ ਹੈ ਉਹਦੀ ਪਹੁੰਚ ਨਹੀਂ ਹੈਗੀ, ਉਹਦੇ ਸਾਰੀ ਤੁਹਾਨੂੰ ਪਤਾ ਹੀ ਹੈ ਜੀ, ਆਪ ਤੁਸੀਂ ਹਾਲਤ ਵੇਖ ਹੀ ਰਹੇ ਹੋ। ਇੱਕ ਨਾ ਮਸ਼ੀਨ, ਜਦੋਂ ਆਪਾਂ ਵੋਟਾਂ ਪਾਉਣੇ ਇੱਕ ਮਸ਼ੀਨ ਤੇ ਬਟਨ ਲੱਗਾ ਹੁੰਦਾ ਸਭ ਤੋਂ ਥੱਲੇ, ਜਿਹਨੂੰ ਨੋਟਾ ਕਹਿੰਦੇ ਆ, ਵੀ ਅਗਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਬਟਨ ਨੂੰ ਨੱਪ ਦਿਓ। ਕੀ ਲੱਗਦਾ ਇਸ ਵਾਰ ਲੋਕ ਵਾਕਈ ਉਸ ਬਟਨ ਨੂੰ ਨੱਪਣ ਦੀ ਤਾਂਘ ਦੇ ਵਿੱਚ ਹੈਗੇ ਆ? ਇਸ ਵਾਰ ਤਾਂ ਜੀ ਸਾਰੇ ਬਟਨ ਨੱਪਣਗੇ ਜੀ, ਬਹੁਤ ਕੁਝ ਹੋਗਾ ਜੀ, ਬਹੁਤ ਜਨਤਾ ਨੇ ਵੇਖ ਲਿਆ, ਬਹੁਤ ਧੱਕਾ ਹੋਇਆ ਜਨਤਾ ਨਾਲ। ਬਾਕੀ ਸਾਡੇ ਕੋਲ ਪੱਕੇ ਨਹੀਂ ਪਾਏਗੇ, ਸਾਡੇ ਤਾਂ ਲਿਸਟ ਵਿੱਚ ਨਾ ਹੀ ਨਹੀਂ ਆਇਆ, ਕਿਉਂਕਿ ਸਾਡੇ ਤੁਸੀਂ ਵੇਖ ਕੇ ਸਾਡੇ ਪੱਕੇ ਕਮਰੇ ਲੈਂਟਰ ਵਾਲੇ, ਪੱਕੇ ਲੈਂਟਰ ਲੱਗੇ ਸਾਡੇ ਬਾਲਿਆਂ ਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸੁਖ ਤੇ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਪੰਜਾਬ TV। ਅਸੀਂ ਫਿਰੋਜ਼ਪੁਰ ਦਿਹਾਤੀ ਦੇ ਇੱਕ ਇਹੋ ਜਿਹੇ ਪਿੰਡ 'ਚ ਮੌਜੂਦ ਹਾਂ ਜਿੱਥੇ ਕਿ ਗਰੀਬ ਜਿਹੜਾ ਤਬਕਾ ਉਹ ਜ਼ਿਆਦਾਤਰ ਰਹਿੰਦਾ ਹੈ, ਲੇਕਿਨ ਜਿਹੜੀਆਂ ਸਰਕਾਰਾਂ ਨੇ, ਚਾਹੇ ਉਹ ਕੋਈ ਵੀ ਸਰਕਾਰ ਹੋਵੇ, ਉਹਨਾਂ ਸਰਕਾਰਾਂ ਦੀ ਜਿਹੜੀ ਨਜ਼ਰ ਆ ਉਹ ਇਹਨਾਂ ਗਰੀਬ ਪਰਿਵਾਰਾਂ ਤੇ ਉਦੋਂ ਪੈਂਦੀ ਆ ਜਦੋਂ ਵੋਟਾਂ ਆਉਂਦੀਆਂ ਨੇ। 2022 ਦੀਆਂ ਜਿਹੜੀਆਂ ਵੋਟਾਂ ਨੇ ਉਹ ਵੀ ਲਾਗੇ ਨੇ ਤੇ ਲੀਡਰ ਵੀ ਘਰਾਂ ਦੇ ਵਿੱਚ ਜਾ ਕੇ ਜਿਹੜੀ ਆਪਣੀ ਲੀਡਰੀ ਦਿਖਾਉਣੀ ਸ਼ੁਰੂ ਕਰ ਚੁੱਕੇ ਨੇ, ਪਰ ਜਦੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਆਹ ਜਿਹੜੇ ਕੱਚੇ ਮਕਾਨ ਆ ਇਹ ਨਹੀਂ ਦਿਖਦੇ, ਚਾਹੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ। ਆਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ, ਉੱਪਰ ਛੱਤ ਦੇਖ ਸਕਦੇ ਹੋ ਜਿਹੜੀ ਇਹਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇਹ ਕੱਚੀਆਂ ਕੰਧਾਂ, ਕੱਚਾ ਮਕਾਨ ਮਿੱਟੀ ਨਾਲ ਬਣਿਆ, ਤੇ ਥੱਲੇ ਦੇਖ ਸਕਦੇ ਹੋ ਕਿੰਨਾ ਡੂੰਘਾ, ਸੜਕ ਨਾਲੋਂ ਘੱਟੋ ਘੱਟ ਵੀ 2-3 ਫੁੱਟ ਡੂੰਘੀ ਜਗ੍ਹਾ ਜਿਹੜੀ, ਜਿੱਥੇ ਜਦੋਂ ਵੀ ਮੀਂਹ ਆਉਂਦਾ ਤੇ ਉਦੋਂ ਪਾਣੀ ਇਸ ਘਰ ਦੇ ਵਿੱਚ ਖੜ ਜਾਂਦਾ। ਤੁਸੀਂ ਜਿਹੜੀਆਂ ਕੰਧਾਂ ਦੀ ਸਫਾਈ ਦੇਖ ਰਹੇ ਹੋ, ਇਹ ਜਿਹੜੀ ਮਿੱਟੀ ਦੀਆਂ ਬਣੀਆਂ ਕੰਧਾਂ ਦੀ ਸਫਾਈ ਆ, ਕਿਤੇ ਨਾ ਕਿਤੇ ਆਪਣੇ ਘਰ ਨੂੰ ਵਧੀਆ ਬਣਾਉਣ ਦੇ ਲਈ, ਦਿੱਖ ਵਧੀਆ ਕਰਨ ਦੇ ਲਈ ਇਹਨਾਂ ਨੇ ਜਿਹੜੀ ਆ ਮਿੱਟੀ ਲਾ ਕੇ ਇਸ ਘਰ ਨੂੰ ਵਧੀਆ ਤਰੀਕੇ ਨਾਲ ਬਣਾਇਆ। ਪਰ ਦੂਜੇ ਪਾਸੇ ਸਰਕਾਰਾਂ ਦੀਆਂ ਨਾਕਾਮੀਆਂ ਦੀ ਗੱਲ ਕਰੀਏ, ਆ ਦੂਸਰਾ ਕਮਰਾ ਹੈ, ਇਹਦੀ ਅੰਦਰ ਤੁਸੀਂ ਦੇਖ ਸਕਦੇ ਹੋ 1 ਫੁੱਟ ਤੱਕ 1.5 ਫੁੱਟ ਤੱਕ ਜਿਹੜੀ ਡੂੰਘਾਈ ਆ, ਯਾਨੀ ਕਿ ਪਾਣੀ ਜਿਹੜਾ ਬਾਰਿਸ਼ ਦਾ ਉਹ ਅੰਦਰ ਹਰ ਵਾਰ ਵੜਦਾ ਜਦੋਂ ਵੀ ਬਾਰਿਸ਼ ਆਉਂਦੀ ਆ। ਲੇਕਿਨ ਸਰਕਾਰਾਂ ਨੂੰ ਵੋਟਾਂ ਦਿਖ ਜਾਂਦੀਆਂ, ਵੋਟਰ ਦਿਖ ਜਾਂਦੇ ਆ, ਪਰ ਸਰਕਾਰਾਂ ਨੂੰ ਇਹ ਜਿਹੜੇ ਗਰੀਬਾਂ ਦੇ ਕਮਰੇ ਆ ਜਾਂ ਜਿਹੜੇ ਗਰੀਬਾਂ ਦੀ ਗਰੀਬੀ ਆ ਉਹ ਨਹੀਂ ਦਿਖਦੀ। ਇੱਕ ਆ ਇਹਨਾਂ ਦਾ ਕਮਰਾ, ਅਸੀਂ ਤੁਹਾਨੂੰ ਹੋਰ ਦਿਖਾਉਣੇ ਆ, ਤੁਸੀਂ ਇਹਨੂੰ ਦੇਖ ਸਕਦੇ ਹੋ। ਇਸ ਕਮਰੇ ਦੇ ਅੰਦਰੋਂ ਤਸਵੀਰਾਂ, ਇਸ ਦੇ ਵਿੱਚ ਇਹ ਬਾਲੇ ਲੱਗੇ ਹੋਏ ਆ, ਅੰਦਰ ਕਾਨੇ ਪਾ ਕੇ ਤੇ ਫੱਟੀਆਂ ਜਿਹੜੀਆਂ ਵੇਸਟ ਫੱਟੀਆਂ ਹੁੰਦੀਆਂ ਉਹਨਾਂ ਨੂੰ ਲਾ ਕੇ ਜਿਹੜੀ ਛੱਤ ਨੂੰ ਰੋਕਿਆ ਗਿਆ, ਤੇ ਕਿਸ ਤਰੀਕੇ ਨਾਲ ਝੁਕੇ ਹੋਏ ਬਾਲੇ ਦਿਖਾਈ ਦਿੰਦੇ ਆ। ਥੱਲੇ ਸਪੋਰਟਾਂ ਵੀ ਲਾਈਆਂ ਹੋਈਆਂ, ਕਿਸੇ ਟਾਈਮ ਵੀ ਜਿਹੜੇ ਇਹ ਕਮਰੇ ਆ ਇਹ ਡਿੱਗ ਸਕਦੇ ਆ। ਮਤਲਬ ਕਿ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਜਿਹੜੀਆਂ ਕੁਰਸੀਆਂ ਆਪਣੀਆਂ ਸਾਂਭਦੀਆਂ ਨੇ, ਲੇਕਿਨ ਉਹ ਵਾਅਦਿਆਂ ਤੋਂ ਬਾਅਦ ਜਿਹੜੀ ਆ ਉਹਨਾਂ ਵਾਅਦੇ ਠੁੱਸ
ਹੋ ਜਾਂਦੇ ਆ ਜਦੋਂ ਆਪਣੀਆਂ ਕੁਰਸੀਆਂ ਦੇ ਉੱਪਰ ਬਿਰਾਜਮਾਨ ਹੋ ਜਾਂਦੇ ਆ। ਕੁਰਸੀਆਂ ਤੇ ਪਹੁੰਚਣ ਤੋਂ ਪਹਿਲਾਂ ਗਰੀਬ ਦਿਖਦੇ ਆ, ਪੈਰੀ ਹੱਥ ਵੀ ਲਾਉਂਦੇ ਆ, ਮਿੰਨਤਾਂ ਵੀ ਕਰਦੇ ਆ, ਤਰਲੇ ਵੀ ਕਰਦੇ ਆ ਵੋਟਾਂ ਦੇ ਲਈ ਕਿ ਸਾਨੂੰ ਵੋਟਾਂ ਪਾ ਦਿਓ, ਅਸੀਂ ਤੁਹਾਡੇ ਨਾਲ ਖੜੇ ਆ। ਪਰ ਇਸ ਤਰ੍ਹਾਂ ਦਾ ਨਹੀਂ ਹੁੰਦਾ। ਪੀੜਤ ਪਰਿਵਾਰ ਸਾਡੇ ਨਾਲ ਮੌਜੂਦ ਆ, ਉਹਨਾਂ ਤੋਂ ਬਾਕੀ ਜਾਣਕਾਰੀ ਲੈਂਦੇ ਆ। ਕੀ ਨਾਮ ਆ ਤੁਹਾਡਾ? ਜਰਨੈਲ ਸਿੰਘ ਜੀ। ਕੀ ਮਸਲਾ ਤੁਹਾਡਾ? ਜਿਹੜੇ ਆਹ ਕਮਰੇ ਕੱਚੇ ਆ, ਕਿੰਨਾ ਸਮਾਂ ਹੋ ਗਿਆ ਇਹਨਾਂ ਬਣਿਆ ਨੂੰ? ਇਹਨਾਂ ਨੂੰ ਸਰ ਜੀ ਵੀ ਤਕਰੀਬਨ ਹੋ ਗਿਆ ਜੀ 30 ਸਾਲ ਹੋ ਚੱਲੇ ਆ ਜੀ ਕੱਚੇ ਕਮਰਿਆਂ ਨੂੰ ਜੀ। ਜਿਹੜੇ ਲੀਡਰ ਕੋਈ ਆਉਂਦਾ ਆ ਵੋਟਾਂ ਲੈ ਜਾਂਦੇ ਆ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੁਸੀਂ ਕੰਡੀਸ਼ਨ ਵੇਖ ਹੀ ਚੁੱਕੇ ਸਾਡੇ ਕਮਰਿਆਂ ਦੀ। ਜੇ ਮੰਨ ਲਓ ਸਾਨੂੰ ਫਾਇਦਾ ਤਾਂ ਹੁਣ ਸਰਕਾਰ ਸਾਡੀ ਗੱਲ ਸੁਣੇ, ਕੋਈ ਸਾਨੂੰ 2 ਕਮਰੇ ਦੇ ਦੇਵੇ। ਜੇ ਮੰਨ ਲਓ ਕਮਰਾ ਡਿੱਗ ਜਾਂਦਾ ਹੈ, ਸਾਡਾ ਛੋਟੇ ਸਾਡੇ ਬੱਚੇ ਹੈਗੇ ਥੱਲੇ ਆਣ ਕਾਲ ਨੂੰ ਕੋਈ ਡੈਥ ਹੋ ਜਾਵੇ, ਨੁਕਸਾਨ ਸਾਡਾ ਹੋ ਗਿਆ, ਬਾਅਦ ਸਾਨੂੰ ਕੀ ਫਾਇਦਾ ਹੈ ਕਮਰੇ ਪਵਾਉਣ ਦਾ? ਇਹ ਸਰਕਾਰਾਂ ਜਦੋਂ ਵੋਟਾਂ ਲੈਣ ਆਉਂਦੀਆਂ, ਹੁਣ 2022 ਦੀਆਂ ਵੋਟਾਂ ਆ ਗਈਆਂ, ਇਹ ਜਦੋਂ ਆਉਣਗੇ ਘਰ ਘਰ ਆਉਣਗੇ, ਪਿੰਡ ਪਿੰਡ ਆਉਣਗੇ, ਇਹ ਆ ਕੇ ਵਾਅਦੇ ਫਿਰ ਕਰਨਗੇ ਕਿ ਅਸੀਂ ਤੁਹਾਨੂੰ ਮਕਾਨ ਦੇ ਦਿਆਂਗੇ, ਫਲੱਸ਼ਾਂ ਬਣਾ ਦਿਆਂਗੇ, ਨਾਲੀਆਂ ਬਣਾ ਦਿਆਂਗੇ। ਪਰ ਕੀ ਲੱਗਦਾ ਵੋਟਾਂ ਤੋਂ ਬਾਅਦ? ਸਰ ਜੀ ਸਾਨੂੰ ਕੋਈ ਉਮੀਦ ਨਹੀਂ ਗਈ। ਪਤਾ ਨਹੀਂ ਕਿੰਨਾ ਵਾਰੀ ਆ ਚੁੱਕਿਆ, ਸਾਨੂੰ 30-35 ਸਾਲ ਹੋ ਗਏ ਆ। 5 ਸਾਲ ਬਾਅਦ ਆ ਜਾਂਦੇ ਆ ਕੋਈ, ਯਾਨੀ ਕਿ ਲੀਡਰ ਆਉਂਦੇ ਆ, ਕਹਿੰਦੇ ਕਮਰੇ ਤੁਹਾਡੇ ਪਵਾ ਦਿਆਂਗੇ ਜੀ। ਪਰ ਕਮਰੇ ਕੋਈ ਨਹੀਂ ਪਾ ਦਿੰਦਾ ਜੀ। ਇਤਿਹਾਸ ਪਾ ਕੇ ਟਾਇਲਟਾਂ ਬਣਨ ਵਾਲੀਆਂ ਨੇ, ਕਿਸੇ ਦੇ ਵਿੱਚੇ ਰਹਿ ਗਈਆਂ, ਕਿਸੇ ਦੇ ਕਿਸ਼ਤਾਂ ਨਹੀਂ ਆਈਆਂ ਗਈਆਂ, ਜਾਨੇ ਕੰਮ ਕੋਈ ਵੀ ਨਹੀਂ ਹੋ ਰਿਹਾ ਜੀ ਸਾਡੇ ਪਿੰਡ ਦਾ ਜੀ। ਕਿੰਨੇ ਕੁ ਗਰੀਬ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ? ਇਹਦੇ 'ਚ ਗਏ ਆ ਜੀ 5-7 ਘਰ ਹੈ ਗਰੀਬ, ਜਿਹੜੇ ਬਾਹਲੇ ਜਿਹਨਾਂ ਕੰਮ ਖਰਾਬ ਹੈਗਾ ਜਿਨ੍ਹਾਂ ਦਾ। ਬਾਕੀ ਸਾਡੀ ਕੰਡੀਸ਼ਨ ਤੁਸੀਂ ਵੇਖ ਲਈ, ਅਸੀਂ ਵੀ ਉਹਨਾਂ ਵਿੱਚੋਂ ਹੀ ਹਾਂ ਜੀ। ਹਾਂਜੀ। ਜਦੋਂ ਵੋਟਾਂ ਪਾਉਂਦੇ ਹੋ ਉਦੋਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ, ਇਹ ਗੱਲ ਤਾਂ ਸੁਣਦੀਆਂ ਨਹੀਂ? ਪਰ ਜੀ ਐਵੇਂ ਪਿੰਡ ਦਾ ਮਸਲਾ ਦੇਖਣਾ ਪੈਂਦਾ ਜੀ, ਕਿਉਂਕਿ ਸਰਪੰਚ ਆ ਸਾਡੇ ਨਾਲ ਹੈਗੇ ਆ। ਕਿੰਨੇ ਵਾਰੀ ਉਹਨਾਂ ਵਿਚਾਰਿਆਂ ਨੇ ਜਿੰਨਾ ਕੁ ਕੋਸ਼ਿਸ਼ ਹੋਈ ਉਹਨਾਂ ਕੀਤੀ ਆ, ਫਾਰਮ ਭਰਵਾਏ ਆ, ਹੋਰ ਬਥੇਰਾ ਕੁ ਕੀਤਾ। ਅੱਗੋਂ ਰਿਜੈਕਟ ਹੋ ਜਾਂਦੇ, ਪਤਾ ਨਹੀਂ ਕੀ ਗੱਲ ਬਣ ਜਾਂਦੀ ਹੈ। ਇਹ ਤਾਂ ਸਰਕਾਰਾਂ ਨੂੰ ਪਤਾ, ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਕੀ ਲੱਗਦਾ ਜਿਹੜੇ ਬਲਾਕਾਂ ਦੇ ਵਿੱਚ ਅਫਸਰ ਬੈਠੇ, ਜਿਹੜੇ ਇਹਨਾਂ ਮਕਾਨਾਂ ਨੂੰ ਜਾਂ ਇਹਨਾਂ ਫਲੱਸ਼ਾਂ ਟਾਇਲਟ ਬਣਦੀਆਂ ਇਹਨਾਂ ਨੂੰ ਅਪਰੂਵ ਕਰਦੇ ਆ, ਕੀ ਲੱਗਦਾ ਉੱਥੇ ਵੀ ਕੋਈ ਘਪਲੇ ਚੱਲਦੇ ਆ ਕਿ ਜਿਹੜੇ ਉਲਟ ਬੰਦਿਆਂ ਦੇ ਦੂਜਿਆਂ ਦੇ ਕਰਦੇ? ਹਾਂਜੀ, ਉਹ ਸਰ ਜੀ ਘਪਲੇ ਚੱਲਦੇ ਆ ਨਾ ਜੀ। ਆਪਣੇ ਕੋਲ ਇੰਨਾ ਪੈਸਾ ਹੈ ਨਹੀਂਗਾ ਕਿਸੇ ਨੂੰ ਖਵਾਉਣ ਦਾ, ਕਿਸੇ ਨੂੰ ਦੇਣ ਦਾ। ਹਰੇਕ ਜੇ ਟਾਇਲਟ ਬਣਾਉਣੀ ਹੈ ਤਾਂ 5000 ਪਹਿਲਾਂ ਦੇਣਾ ਪੈਂਦਾ ਜੀ। ਅੱਛਾ, ਜੇ ਫਲੱਸ਼ ਬਣਾਉਣੀ ਜਿਹੜੀ ਸਰਕਾਰੀ ਸਹੂਲਤ ਆਉਂਦੀ ਉਹ 5000 ਦੇਣਾ ਪੈਂਦਾ? ਕੌਣ 5000 ਮੰਗਦਾ? ਮੰਨ ਲਓ ਜਿਹੜੇ ਲੀਡਰ ਆਉਂਦੇ ਆ ਜੀ ਮਾੜੇ ਮੋਟੇ, ਜਿਹੜੇ ਉੱਤੋਂ ਆ ਥੱਲੇ ਵਾਲੇ, ਮੰਨ ਲਓ ਜੀ 12000 ਰੁਪਏ ਦਾ ਲੈਟਰਿੰਗ ਬਾਥਰੂਮ ਦਾ ਆ ਜਾਂਦਾ ਜੀ, ਲੈਟ ਵਾਲੇ ਦਾ ਆ ਜਾਂਦਾ ਜੀ। 12000 ਮਸੀ ਹੈ, ਜਿੰਦੇ ਵਿੱਚ 6000 7000 ਪਹੁੰਚੇ ਜਿੰਨੇ ਟਾਇਲਟ ਜਿੰਦੀ ਬਣਨੀ ਹੋਊਗੀ। ਹਾਂਜੀ, 5-5000 ਰੁਪਇਆ ਲੈ ਜਾਂਦੇ ਆ ਤਕਰੀਬਨ, ਚਾਹੇ ਉਹ ਗਰੀਬ ਹੋਵੇ ਕੋਈ ਮਰਜ਼ੀ ਹੋਵੇ ਜੀ। ਹਾਂਜੀ। ਅੱਛਾ, ਲੱਗਦਾ ਕਿ ਕੋਈ ਗਲਤ ਵੀ ਲੋਕਾਂ ਦੀਆਂ ਟਾਇਲਟ ਤੇ ਮਕਾਨ ਬਣਾਏ ਜਾਂਦੇ ਇਹਨਾਂ ਅਫਸਰਾਂ ਦੁਆਰਾ? ਸਰ ਜੀ ਐਵੇਂ ਜਿੰਦਾ ਸਿੱਕਾ ਬਾਹਲਾ ਚੱਲਦਾ ਜੀ, ਆਪ ਰਲ ਮਿਲ ਕੇ ਜੋ ਰਲ ਮਿਲ ਭੁਗਤ ਕਰ ਲਈ, ਜਿੰਦਾ ਕੋਈ ਅਫਸਰ ਲੱਗਾ ਹੁੰਦਾ ਉਹਦੇ ਕਮਰੇ ਜਲਦੀ ਪੈ ਜਾਂਦੇ ਆ। ਬਾਕੀ ਜਿਹੜਾ ਸਾਡੇ ਵਾ ਗਰੀਬ ਹੈ ਉਹਦੀ ਪਹੁੰਚ ਨਹੀਂ ਹੈਗੀ, ਉਹਦੇ ਸਾਰੀ ਤੁਹਾਨੂੰ ਪਤਾ ਹੀ ਹੈ ਜੀ। ਆਪ ਤੁਸੀਂ ਹਾਲਤ ਵੇਖ ਹੀ ਰਹੇ ਹੋ। ਗੱਲ ਤਾਂ ਸੁਣਦੇ ਨਹੀਂ ਲੀਡਰ, ਵੋਟਾਂ ਵੇਲੇ ਕਿਹੋ ਜਿਹਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਲੋਕਾਂ ਨੂੰ? ਕੀ ਕਹਿਣਾ ਚਾਹੋਗੇ? ਸਰ ਜੀ ਵੋਟਾਂ ਵੇਲੇ ਤਾਂ ਆਉਂਦੇ ਠੰਡੇ ਪਿਆਈ ਘਰੇ ਬਿਠਾਏਗਾ ਜੀ। ਹੁਣ ਕੀ ਜਵਾਬ ਦਿਓਗੇ? ਹਾਂਜੀ, ਹੁਣ ਤਾਂ ਇਹ ਜਵਾਬ ਦੇਣਾ ਚਾਹਣਾ ਵੀ ਸਾਡੀ ਕੋਈ ਮਦਦ ਕਰੇ, ਸਾਡੀ ਆਣ ਕੇ, ਠੀਕ ਹੈ ਨਾ। ਹੁਣ ਸਾਨੂੰ ਫਾਇਦਾ ਹੈ ਕਿਉਂਕਿ ਇਹ ਮਕਾਨ ਕੱਚਾ, ਮੰਨ ਲਓ ਬਾਹਰ 'ਚ ਪਈ ਜਾਂਦੀ ਹੈ, ਜੇ ਬਾਹਰ 'ਚ ਹੋਰ ਪੈ ਗਈ, ਜੇ ਡਿੱਗ ਜਾਂਦਾ, ਸਾਡਾ ਨੁਕਸਾਨ ਕੋਈ ਹੋ ਜਾਂਦਾ, ਉਹ ਸਰਕਾਰਾਂ ਸਾਨੂੰ ਕੀ ਜਵਾਬ ਦੇਣਗੀਆਂ? ਕੀ ਅਸੀਂ ਪੈਸਾ ਕਰਾਂਗੇ? ਸਾਡੇ ਤਾਂ ਮੰਗ ਹੋਣਾ ਜੀ। ਲੋਕ ਤਾਂ ਪਿੰਡਾਂ 'ਚ ਇਹ ਵੀ ਕਹਿ ਰਹੇ ਆ ਕਿ ਜਦੋਂ ਪਾਰਟੀਆਂ ਦੇ ਲੀਡਰ ਆਉਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਇਹਨਾਂ ਨੇ ਵਿਕਾਸ ਹੀ ਨਹੀਂ ਕੀਤਾ ਕਿਸੇ ਵੀ ਲੀਡਰ ਨੇ। ਸਰ ਜੀ ਆਪਣੀ ਇੰਨੀ ਪਹੁੰਚ ਹੈ ਨਹੀਂ ਗੀ ਜਿਹੜਾ ਆਪਾਂ ਕਿਸੇ ਦੇ ਗੱਲ ਪਾਵਾਂਗੇ। ਜੇ ਕਿਵੇਂ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਜੀ ਸਾਡਾ ਕੁਛ ਨਾ ਕੁਛ ਕਰੋ, ਜੇ ਨਾ ਕਰਨਗੇ ਐਕਤੀ ਦਾ ਇਰਾਦਾ ਫਿਰ ਸਾਡਾ ਨਹੀਂ ਹੈਗਾ ਵੋਟਾਂ ਪਾਉਣ 'ਤੇ ਜੀ। ਸਾਡੀ ਤਕਰੀਬਨ ਮੇਰੇ ਨਾਲ ਘਰ ਜੁੜੇ ਹੋਏ ਜੀ 20-25 ਘਰ ਹੈਗੇ ਜੀ। ਸਾਡੀ ਵੋਟ ਬਣ ਜਾਂਦੀ ਹੈ 60-70 ਸਾਡੀ ਵੋਟ ਬਣ ਜਾਂਦੀ ਹੈ ਜੀ। ਇੱਕ ਨਾ ਮਸ਼ੀਨ, ਜਦੋਂ ਆਪਾਂ ਵੋਟਾਂ ਪਾਉਣੇ, ਇੱਕ ਮਸ਼ੀਨ ਤੇ ਬਟਨ ਲੱਗਾ ਹੁੰਦਾ ਸਭ ਤੋਂ ਥੱਲੇ, ਜਿਹਨੂੰ ਨੋਟਾ ਕਹਿੰਦੇ ਆ, ਵੀ ਅਗਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਬਟਨ ਨੂੰ ਨੱਪ ਦਿਓ। ਕੀ ਲੱਗਦਾ ਇਸ ਵਾਰ ਲੋਕ ਵਾਕਈ ਉਸ ਬਟਨ ਨੂੰ ਨੱਪਣ ਦੀ ਤਾਂਘ ਦੇ ਵਿੱਚ ਹੈਗੇ ਆ? ਇਸ ਵਾਰ ਤਾਂ ਜੀ ਸਾਰੇ ਬਟਨ ਨੱਪਣਗੇ ਜੀ। ਬਹੁਤ ਕੁਝ ਹੋਗਾ ਜੀ, ਬਹੁਤ ਜਨਤਾ ਨੇ ਵੇਖ ਲਿਆ, ਬਹੁਤ ਧੱਕਾ ਹੋਇਆ ਜਨਤਾ ਨਾਲ। ਬਾਕੀ ਕੋਈ ਸਰਕਾਰ ਕਾਰਵਾਈ ਜਿਹੜੀ ਕਰ ਰਹੀ ਆ, ਮਟੀਰੀਅਲ ਹਰੇਕ ਚੀਜ਼ ਵਧੀ ਜਾਂਦੀ ਆ। ਬਾਕੀ ਮੁਸ਼ਕਲ ਹੀ ਆ ਕਿ ਕਿਸੇ ਨੂੰ ਵੋਟ ਪਾਈ ਜਾਵੇ ਜਿਹੜੇ ਹਿਸਾਬ ਨਾਲ ਹੈਗਾ। ਬਾਕੀ ਲੀਡਰ ਆਉਣਗੇ ਜਿਹੜੇ ਸਾਡੀ ਮਦਦ ਕਰਨਗੇ, ਆਣ ਸਾਡੀ ਬਾਂਹ ਫੜਨਗੇ ਆਣ ਕੇ, ਅਸੀਂ ਉਹਨਾਂ ਨੂੰ ਵੋਟਾਂ ਜ਼ਰੂਰ ਪਾਵਾਂਗੇ, ਜੀ ਆਇਆਂ ਕਹਾਂਗੇ। ਬਾਕੀ ਜੇ ਸਾਡੇ ਨਾਲ ਉਵੇਂ ਹੀ ਕਰਨੀ ਹੈ ਜਿਵੇਂ ਅੱਗੇ ਸਾਡੇ ਨਾਲ 30 ਸਾਲ ਤੋਂ ਹੋ ਰਿਹਾ ਤੇ ਫਿਰ ਅਸੀਂ ਵੋਟਾਂ ਨਹੀਂ ਪਾਵਾਂਗੇ ਜੀ। ਇਲਾਕੇ 'ਚ ਫਿਰੋਜ਼ਪੁਰ ਦਿਹਾਤੀ 'ਚ ਹੋਰ ਕਿੰਨਾ ਕੁ ਵਿਕਾਸ ਹੋਇਆ? ਹਾਂਜੀ ਬਾਜੀ, ਇੱਥੇ ਸਾਰੇ 4 ਕਮਰੇ ਹੀ ਪਏ ਆ ਜੀ। ਜਿਹੜੇ ਪਹਿਲਾਂ ਆਏ ਸੀ ਤਕਰੀਬਨ 30 ਸਾਲਾਂ ਦੇ ਪਹਿਲਾਂ ਭਰੇ ਹੋਏ ਕਮਰੇ ਜੀ, ਉਹਨਾਂ ਦੇ ਪਏ। ਉਹਨਾਂ ਵਿਚਾਰਿਆਂ ਨੇ ਕਈਆਂ ਤਾਂ ਪੱਕੇ ਪਾ ਲਏ ਸੀਗੇ, ਬਾਕੀ ਸਾਡੇ ਕੋਲ ਪੱਕੇ ਨਹੀਂ ਪਾਏ ਗਏ। ਸਾਡੇ ਤਾਂ ਲਿਸਟ ਵਿੱਚ ਨਾਂ ਹੀ ਨਹੀਂ ਆਇਆ ਕਿਉਂਕਿ ਸਾਡੇ ਤੁਸੀਂ ਵੇਖ ਕੇ ਸਾਡੇ ਪੱਕੇ ਕਮਰੇ ਲੈਂਟਰ ਵਾਲੇ, ਪੱਕੇ ਲੈਂਟਰ ਲੱਗੇ ਸਾਡੇ ਬਾਲਿਆਂ ਦੇ, ਇਸ ਕਰਕੇ ਜੀ ਸਾਡੇ ਦਾ ਨਾਂ ਹੀ ਨਹੀਂ ਆਇਆ ਜੀ ਵਿੱਚ। ਬਿਲਕੁਲ। ਹਾਂਜੀ, ਮਾਤਾ ਵੀ ਸਾਡੇ ਨਾਲ ਮੌਜੂਦ ਨੇ, ਇਸ ਪਰਿਵਾਰ ਦੇ ਮੁਖੀ, ਉਹਨਾਂ ਨਾਲ ਵੀ ਜਾਣਕਾਰੀ ਲੈਂਦੇ ਆ। ਮਾਤਾ ਤੁਹਾਡਾ ਨਾਂ ਕੀ ਹੈ ਤੇ ਉਮਰ ਕਿੰਨੀ ਹੈ? ਸੰਤ ਕੌਰ, 60-65 ਸਾਲ ਉਮਰ ਹੈ। ਤੁਹਾਡੀ 60-65 ਸਾਲ ਦੀ ਉਮਰ ਦੇ ਵਿੱਚ ਜਦੋਂ ਤੋਂ ਤੁਸੀਂ ਇੱਥੇ ਵਿਆਹ ਕੇ ਆਏ ਹੋ ਉਦੋਂ ਤੋਂ ਅੱਜ ਤੱਕ ਕੋਈ ਤੁਹਾਨੂੰ ਸਰਕਾਰੀ ਸਹੂਲਤ ਮਿਲੀ? ਨਹੀਂ ਸਹੂਲਤ ਆਈ, ਕੋਈ ਸਾਨੂੰ ਸਹੂਲਤ ਨਹੀਂ ਮਿਲੀ। ਕੌਣ ਜ਼ਿੰਮੇਵਾਰ ਆ, ਸਰਕਾਰਾਂ ਜਾਂ ਕੋਈ ਹੋਰ? ਇਹ ਤਾਂ ਹੁਣ ਸਰਕਾਰ ਨੂੰ ਪਤਾ ਹੈ ਤੇ ਅਸੀਂ ਤਾਂ ਹੁਣ ਐਵੇਂ ਹੀ ਜਿਹੜਾ ਆਵੇ ਉਹਨੇ ਇਹ ਕਹਿ ਦਿੰਦੇ ਵੀ ਸਾਨੂੰ ਲੋੜ ਬੰਦ ਹੈ, ਪਰ ਨਹੀਂ ਕੋਈ ਕਰਦਾ ਮਸਲਾ ਹੱਲ।
ਛੋਟੇ ਛੋਟੇ ਬੱਚੇ ਇੱਥੇ ਅਸੀਂ ਦੇਖਿਆ ਤੁਰ ਰਹੇ, ਤੁਹਾਡੇ ਘਰੇ ਛੋਟੇ ਛੋਟੇ ਬੱਚੇ ਆ। ਜਦੋਂ ਇਹ ਮਕਾਨ ਜ਼ਿਆਦਾ ਅਗਰ ਪਾਣੀ ਆ ਜਾਂਦਾ, ਮੀਂਹ ਆ ਜਾਂਦਾ ਤਾਂ ਇਹ ਮਕਾਨ ਡਿੱਗ ਪੈਣਗੇ, ਬੱਚਿਆਂ ਦੀ ਜਾਨ ਨੂੰ ਵੀ ਖਤਰਾ। ਬਹੁਤ ਮੁਸ਼ਕਲ ਹੋ ਜਾਂਦੀ। ਹੁਣ ਮੀਂਹ ਆਇਆ ਤੇ ਬਹੁਤ ਪਾਣੀ ਹੋ ਗਿਆ, ਬਾਲਟੀਆਂ ਨਾਲ ਅੰਦਰੋਂ ਕੱਢਿਆ ਹੈ। ਬਹੁਤ ਔਖਾ ਹੋ ਜਾਂਦਾ ਹੈ। ਸੜਕ ਉੱਚੀ ਹੈ, ਘਰ ਨੀਵੇਂ ਨੇ, ਮਿੱਟੀ ਲਿਪਣ ਨਹੀਂ ਕੋਈ ਚੁੱਕਣ ਦਿੰਦਾ। ਉਹ ਮਸਾ ਲਿਆਵੀ ਦੀ ਜਾ ਕੇ ਖੇਤ ਸਾਡੇ ਨੀਵੇਂ ਹੁੰਦੇ ਨੇ, ਅਸੀਂ ਤਾਂ ਬਹੁਤ ਤੰਗ ਹੈਗੇ, ਮਿੱਟੀ ਨਹੀਂ ਕੋਈ ਚੁੱਕਣ ਦਿੰਦਾ ਲਿਪਣ ਵਾਸਤੇ ਵੀ। ਕੀ ਕਹਿਣਾ ਚਾਹੋਗੇ ਹੁਣ ਸਰਕਾਰਾਂ ਨੂੰ ਤੁਸੀਂ? ਅਸੀਂ ਤਾਂ ਹੁਣ ਇਹ ਕਹਿਣਾ ਚਾਹਣਾ ਕੋਈ ਮਦਦ ਕਰਨ ਤੇ ਚੱਲ ਸਾਡੇ ਕੋਲ ਮਾੜੇ ਮੋਟੇ ਕਮਰੇ ਪੈ ਜਾਣ ਤੇ ਇੰਨੀ ਸਾਨੂੰ ਤਾਂ ਕੀਤੀ ਜਾਵੇ, ਹੋਰ ਆਪਾਂ ਕੀ ਲੈਣਾ ਹੈ। ਉਹ ਕਮਰੇ ਹੀ ਪੈ ਜਾਣ, ਬੱਚੇ ਚਲੋ ਇਹਨਾਂ ਨਾਲ ਸੌਖੇ ਹੋ ਜਾਂਦੇ। ਦਿਹਾੜੀਦਾਰ ਤਾਂ ਕੁਛ ਨਹੀਂ ਕਰ ਸਕਦੇ, ਰੋਟੀ ਕਮਾ ਕੇ ਖਾ ਸਕਦੇ ਨੇ, ਬਾਕੀ ਹੋਰ ਥਾਵਾਂ ਨਹੀਂ ਬਣ ਸਕਦੀਆਂ। ਬਿਲਕੁਲ ਇਹ ਮੁਖੀ ਨੇ ਜਿਹੜੇ ਇਸ ਪਰਿਵਾਰ ਦੇ ਨੇ, ਜਿਹੜੇ ਕਿ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਤੋਂ, ਇਹਨਾਂ ਦੀ ਉਮਰ 60 ਸਾਲ ਆ, ਕਿ ਜਦੋਂ ਤੋਂ ਮੈਂ ਵਿਆਹ ਕੇ ਇੱਥੇ ਆਈ ਹਾਂ ਉਦੋਂ ਤੋਂ ਲੈ ਕੇ ਜਿਹੜੀਆਂ ਸਰਕਾਰਾਂ ਦੇ ਕੰਮ ਆ ਉਹ ਉਵੇਂ ਦੇ ਉਵੇਂ ਹੀ ਆ, ਡਾਵਾਂ-ਡੋਲ ਆ, ਵਿਚਾਲੇ ਹੀ ਆ, ਕਿ ਪੂਰਨ ਨਹੀਂ ਕੀਤੇ ਜਾਂਦੇ। ਜਾਂ ਮੰਨ ਲਓ ਕਿ ਵੋਟਾਂ ਵੇਲੇ ਹੀ ਸਰਕਾਰਾਂ ਆਉਂਦੀਆਂ ਨੇ, ਲੀਡਰ ਆਉਂਦੇ ਨੇ ਤੇ ਦੇਖਦੇ ਨੇ, ਉਦੋਂ ਹਮਦਰਦੀ ਜਤਾਉਂਦੇ ਨੇ, ਲੇਕਿਨ ਬਾਅਦ ਦੇ ਵਿੱਚ ਜਿਹੜੇ ਆ ਉਹ ਤੁਰਦੇ ਫਿਰਦੇ ਦਿਖਾਈ ਦਿੰਦੇ ਨੇ। ਦੂਜੀ ਗੱਲ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਹੈ ਇਸ ਪਿੰਡ ਦੀ, ਕਿ ਜਿਹੜੇ ਬਲਾਕ ਕੱਲ ਖੁਰਦ ਦੇ ਮੁਲਾਜ਼ਮ ਨੇ, ਉਹਨਾਂ ਦੇ ਜਿਹੜੇ ਵੀ ਥੱਲੇ ਮੁਲਾਜ਼ਮ ਕੰਮ ਕਰਦੇ ਨੇ, ਜੋ ਫੀਲਡ ਦੇ ਵਿੱਚ ਕੰਮ ਕਰਦੇ ਨੇ, ਦੇਖਦੇ ਨੇ ਆ ਕੇ ਫਲੱਸ਼ਾਂ ਬਣਾਉਣ ਦੇ ਜਾਂ ਪੇਮੈਂਟ ਪਾਉਣ ਦਾ, ਉਹਨਾਂ ਦੇ ਵੀ ਕਿਤੇ ਨਾ ਕਿਤੇ ਇਲਜ਼ਾਮ ਲੱਗਦੇ ਦਿਖਾਈ ਦਿੰਦੇ ਨੇ ਕਿ ਇੱਕ ਗਰੀਬ ਪਰਿਵਾਰ ਦਾ 12,000 15,000 ਰੁਪਈਆ ਇੱਕ ਫਲੱਸ਼ ਬਣਾਉਣ ਦਾ ਆਉਂਦਾ ਹੈ, ਲੇਕਿਨ ਉਹਦੇ 'ਚ ਵੀ 5-5 ਹਜ਼ਾਰ ਜਿਹੜੀ ਰਿਸ਼ਵਤ ਆ, ਜਾਣੀ ਕਿ ਉਹ ਪਹਿਲਾਂ ਮੰਗੀ ਜਾਂਦੀ ਆ। ਇੱਥੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਮੈਂ ਉਹਨਾਂ ਨੂੰ ਲਾਹਨਤ ਵੀ ਪਾਉਣੀ ਚਾਹੂੰਗਾ ਉਹਨਾਂ ਮੁਲਾਜ਼ਮਾਂ ਨੂੰ, ਕਿ ਤੁਹਾਨੂੰ ਸੋਚਣਾ ਚਾਹੀਦਾ ਕਿ ਇਹੋ ਜਿਹੇ ਗਰੀਬਾਂ ਦਾ ਜਿਨ੍ਹਾਂ ਲਈ 12-13,000 15,000 ਰੁਪਈਆ ਆਉਂਦਾ, ਤੁਸੀਂ ਉਹਦੇ ਵਿੱਚੋਂ ਵੀ ਜਿਹੜਾ ਪੈਸਾ ਦੀ ਮੰਗ ਕਰਦੇ ਹੋ, ਪੈਸਾ ਲੈਂਦੇ ਹੋ, ਇਹ ਕਿਤੇ ਨਾ ਕਿਤੇ ਤੁਹਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਉਸ ਤੋਂ ਬਾਅਦ ਸਾਡੇ ਨਾਲ ਇੱਥੇ ਸਾਬਕਾ ਸਰਪੰਚ ਵੀ ਮੌਜੂਦ ਨੇ, ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਆ ਕਿਸ ਤਰ੍ਹਾਂ ਦਾ। ਹਾਂਜੀ, ਕੀ ਨਾਮ ਆ ਜੀ ਤੁਹਾਡਾ? ਗੁਰਮੀਤ ਸਿੰਘ। ਤੁਸੀਂ ਲਾਸਟ ਈਅਰ ਸਰਪੰਚ ਸੀਗੇ ਇਸ ਪਿੰਡ ਦੇ? ਹਾਂਜੀ ਹਾਂਜੀ, ਪਹਿਲਾਂ ਬਚਿੰਦਰ ਸੀ, ਉਸ ਤੋਂ ਬਾਅਦ ਮੈਂ ਸੀ 2.5 ਸਾਲ। ਉਸ ਤੋਂ ਪਹਿਲਾਂ ਹੀ ਸੀਗੇ? ਹਾਂਜੀ। ਅੱਛਾ, ਇਹ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਿਹੜਾ ਇਹ ਮਕਾਨ ਹੈ, ਪਿਛਲੇ 30 ਸਾਲ ਤੋਂ ਕਹਿ ਰਿਹਾ ਕਿ ਸਾਡੇ ਮਕਾਨ ਨਹੀਂ ਬਣੇ, ਕੀ ਤੁਹਾਡੀ ਨਜ਼ਰ ਨਹੀਂ ਪਈ ਇਹਨਾਂ ਮਕਾਨਾਂ ਦੇ ਉੱਪਰ? ਤੁਸੀਂ ਸਰਪੰਚ ਬਣਾਇਆ, ਤੁਹਾਨੂੰ ਵੀ ਵੋਟਾਂ ਪਾ ਕੇ ਲੋਕਾਂ ਨੇ, ਕਿ ਇਹ ਬਣੇ ਕਿਉਂ ਨਹੀਂ ਮਕਾਨ? ਅਸੀਂ ਲਿਖ ਕੇ ਦਿੱਤੇ ਨੇ, ਸਾਡੇ ਉਹਦੇ 5 ਸਭਾਏ ਨੇ ਕਮਰੇ। ਅੱਛਾ। 5 'ਚ 4 ਪਏ ਨੇ, ਇੱਕ ਦਾ ਨਾਂ ਗਲਤ ਸੀ, 4 ਕਮਰੇ ਇੱਥੇ ਮੌਜੂਦ ਪੈ ਗਏ ਨੇ। ਉਸ ਤੋਂ ਬਾਅਦ ਲਿਖ ਕੇ ਦਿੱਤੇ ਨੇ। ਸਾਡੇ ਆਂਗਣਵਾੜੀ ਮੈਡਮ ਹੀ ਹੈਗੀ ਹੈ, ਉਹ ਵੀ ਸਾਡੇ ਨਾਲ ਆਏ ਸੀ, ਸਾਰਿਆਂ ਬਹਿ ਕੇ ਅਸੀਂ ਲਿਖ ਕੇ ਦਿੱਤੇ ਨੇ, ਅਜੇ ਤੱਕ ਆਏ ਨਹੀਂ। ਅਸੀਂ ਸਰਕਾਰ ਨੂੰ ਇਹ ਮੰਗ ਕਰਨੇ ਆ, ਜਿਹੜੇ ਗਰੀਬ ਹਨ ਇਹਨਾਂ ਨੂੰ ਕਮਰੇ ਪੈਣੇ ਚਾਹੀਦੇ ਹਨ। ਕਰੀਬਨ ਸਾਡੇ 22 ਫਲਿਸ਼ਾਂ ਆਈਆਂ, ਕਰੀਬ 22 ਦੀ 22 ਫਲਿਸ਼ਾਂ ਸਾਰੇ ਮੌਜੂਦ ਪੈ ਚੁੱਕੀਆਂ ਹਨ। ਅੱਛਾ, ਫਲੱਸ਼ਾਂ। ਇੱਕ ਇਲਜ਼ਾਮ ਇਹ ਲਾ ਰਹੇ ਨੇ ਕਿ ਜਿਹੜੇ ਫਲੱਸ਼ਾਂ ਵਾਲੇ ਨੇ ਉਹ ਪੈਸੇ ਮੰਗਦੇ ਨੇ, ਉਹ ਪੈਸੇ ਆਪ ਹੀ ਮੰਗਦੇ ਨੇ ਜਾਂ ਉਹਦੇ 'ਚ ਸਰਪੰਚ ਦਾ ਵੀ ਕੋਈ ਹਿੱਸਾ ਪੱਤੀ ਹੁੰਦਾ? ਨਹੀਂ, ਕੋਈ ਸਰਪੰਚ ਦਾ ਹਿੱਸਾ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ ਜੀ। ਉਹ ਆਪ ਪੈਸੇ ਮੰਗਦੇ, ਸਾਨੂੰ ਦੱਸਣਾ ਸੀ, ਇਸ ਸਾਹਮਣੇ ਆਉਣ ਤੇ ਆਪਾਂ ਆਪਣਾ ਕੋਈ ਕਾਰਵਾਈ ਕੀਤੀ ਜਾਏਗੀ। ਉਹ ਜਿਹੜੇ ਮੁਲਾਜ਼ਮ ਪੈਸੇ ਆ ਕੇ ਮੰਗ ਲੈਂਦੇ ਨੇ ਫਲੱਸ਼ ਦੇ 5,000 ਜਿਵੇਂ ਕਹਿ ਰਹੇ ਆ, ਜਾਂ 2,000 ਪਹਿਲਾਂ ਮੰਗ ਲੈਂਦੇ ਨੇ, ਕੀ ਲੱਗਦਾ ਉਹ ਵਾਕਿਆ ਗੱਲ ਸਹੀ, ਉਹ ਮੰਗਦੇ ਆ? ਨਹੀਂ, ਇਸ ਬਾਰੇ ਆਪਾਂ ਨੂੰ ਨਹੀਂ ਕੋਈ ਗੱਲਬਾਤ ਨਹੀਂ। ਜੇ ਕੋਈ ਹੈਗਾ ਤਾਂ ਸਾਨੂੰ ਦੱਸਣ, ਅਸੀਂ ਉਹਦੀ ਕਾਰਵਾਈ ਕਰਾਂਗੇ। ਬਿਲਕੁਲ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਚੰਦਰ ਸਿੰਘ ਹੈ। ਇਹਨਾਂ ਤੋਂ ਪਹਿਲਾਂ ਤੁਸੀਂ ਸਰਪੰਚ ਸੀਗੇ? ਹਾਂਜੀ ਹਾਂਜੀ, ਇਸ ਤੋਂ ਪਹਿਲਾਂ ਮੈਂ ਤੁਹਾਡੇ ਕਾਰਜਕਾਲ ਦੇ ਵਿੱਚ ਵੀ ਇਹ ਮਕਾਨ ਐਵੇਂ ਦੇ ਐਵੇਂ ਕੱਚੇ ਖੜੇ ਸੀ, ਉਦੋਂ ਕਿਉਂ ਨਹੀਂ ਬਣੇ ਇਹ? ਕੋਈ ਸਕੀਮ ਨਹੀਂ ਆਈ ਇਸ ਤਰ੍ਹਾਂ, ਜਿਸ ਅੱਛਾ, ਕਮਰਿਆਂ ਦੀ ਸਕੀਮ ਨਹੀਂ ਆਈ। ਜੇ ਸਕੀਮ ਆਈ ਹੁੰਦੀ ਤਾਂ ਆਪਾਂ ਲਿਖ ਕੇ ਜ਼ਰੂਰ ਦਿੰਦੇ, ਤੇ ਉਸ ਤੋਂ ਪਹਿਲਾਂ 5 ਕਮਰੇ ਆਏ ਨੇ, ਉਹ ਬਣ ਗਏ। 4 ਬਣੇ, ਇੱਕ ਨਾਮ ਹੁਣ ਜਿਹੜੀ ਸਕੀਮ ਆ ਹੁਣ ਚੱਲ ਰਹੀ ਆ, ਸਕੀਮ ਮਕਾਨਾਂ ਦੀ ਕਾਂਗਰਸ ਸਰਕਾਰ ਵੇਲੇ ਵੀ ਚੱਲ ਰਹੀ ਆ, ਕੀ ਲੱਗਦਾ ਕਿ ਇਹ ਜਿਹੜੀ ਸਕੀਮ ਦੇ ਵਿੱਚ ਇਹ ਤਹਿਤ ਇਹਨਾਂ ਦੇ ਮਕਾਨ ਬਣਨੇ ਚਾਹੀਦੇ ਸੀ ਹੁਣ? ਹਾਂਜੀ, ਬਣਨੇ ਚਾਹੀਦੇ ਜੀ। ਨਹੀਂ, ਹੁਣ ਜਿਹੜੀ ਸਕੀਮ, ਹੁਣ ਤਾਂ ਇਹ ਸਕੀਮ ਚੱਲ ਰਹੀ ਆ ਨਾ ਮਕਾਨਾਂ ਦੀ? ਹਾਂਜੀ ਹਾਂਜੀ, ਲਿਖ ਕੇ ਦਿੱਤੇ। ਸਾਡੇ ਮੈਡਮ ਵੀ ਆਏ ਨੇ ਆਂਗਣਵਾੜੀ ਵਾਲੇ, ਉਹਨਾਂ ਵੀ ਲਿਖ ਕੇ, ਜਿੰਨੇ ਵੀ ਮੁਲਾਜ਼ਮ ਆਏ ਸਨ ਉਹਨਾਂ ਲਿਖ ਕੇ ਦਿੱਤੇ ਨੇ, ਸਾਰੇ ਬਹਿ ਕੇ ਸਾਰਿਆਂ ਦੇ ਸਾਈਨ ਕਰਾਏ ਗਏ ਨੇ। ਆ ਜਾਓ ਮੈਡਮ ਜੀ। ਬਿਲਕੁਲ। ਤੁਸੀਂ ਜਿਹੜੀਆਂ ਤਸਵੀਰਾਂ ਨੇ, ਤਸਵੀਰਾਂ ਸਰਪੰਚ, ਸਾਬਕਾ ਸਰਪੰਚ ਨੇ, ਉਸ ਤੋਂ ਪਹਿਲਾਂ ਵੀ ਜਿਹੜੇ ਸਰਪੰਚ ਰਹਿ ਚੁੱਕੇ ਨੇ, ਉਹ ਵੀ ਸਾਡੇ ਕੋਲ ਇੱਥੇ ਮੌਜੂਦ ਸੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ, ਅਸੀਂ ਥੋੜ੍ਹੀਆਂ ਜਿਹੀਆਂ ਤਸਵੀਰਾਂ ਇੱਧਰ ਦੀਆਂ ਵੀ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਗਰੀਬੀ ਦਾਅਵੇ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਅੰਦਰ ਦੀਆਂ ਤਸਵੀਰਾਂ ਨੇ, ਇਹ ਕਿਚਨ ਆ, ਇੱਕ ਗਰੀਬ ਦਾ ਕਿਚਨ ਆ, ਜਿਸ ਦੇ ਵਿੱਚ ਇੱਕ ਛੋਟਾ ਜਿਹਾ ਆਪਾਂ ਦੇਖ ਸਕਦੇ ਹਾਂ ਕਿ ਜਿਹਦੇ 'ਚ ਲੰਘ ਕੇ ਅੰਦਰ 2 ਬੰਦਿਆਂ ਨੂੰ ਜਿਹੜਾ ਖੜਨਾ ਉਹ ਵੀ ਮੁਸ਼ਕਲ ਦੇ ਨਾਲ ਖੜਿਆ ਜਾ ਸਕਦਾ। ਇਹਨੂੰ ਕਿਚਨ ਦਾ ਰੂਪ ਦਿੱਤਾ ਹੋਇਆ, ਯਾਨੀ ਕਿ ਇਹ ਕਿਚਨ ਆ, ਇਸ ਦੇ ਵਿੱਚ ਜਿਹੜਾ ਆਪਣਾ ਰੋਟੀ ਟੋਕਾ ਇਹ ਗਰੀਬ ਆਪਣਾ ਗੁਜ਼ਾਰਾ ਕਰਦੇ ਨੇ ਤੇ ਉਹ ਬਣਾਉਂਦੇ ਨੇ। ਲੇਕਿਨ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ ਨੇ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਰਹੀਆਂ ਨੇ। ਸਰਕਾਰਾਂ ਯਾਨੀ ਕਿ ਅਸੀਂ ਤਾਂ ਕਹਾਂਗੇ ਕਿ ਫੇਲ ਹੁੰਦੀਆਂ ਹੀ ਦਿਖਾਈ ਦੇ ਰਹੀਆਂ ਨੇ, ਕਿਉਂਕਿ ਗਰਾਊਂਡ ਲੈਵਲ ਤੋਂ ਵੋਟਾਂ ਲੈ ਕੇ ਉੱਪਰਲੇ ਲੈਵਲ ਤੱਕ ਜਿਹੜੇ ਮਿਨਿਸਟਰਾਂ ਦੇ ਅਹੁਦੇ ਆ
ਉਹ ਥਰੜੇ ਲੈਵਲ ਤੋਂ ਬਣਨੇ ਸ਼ੁਰੂ ਹੁੰਦੇ ਆ, ਨੀਚੇ ਤੋਂ ਵੋਟਾਂ ਲੈ ਕੇ। ਲੇਕਿਨ ਥੱਲੋਂ ਵੋਟਾਂ ਲੈ ਕੇ ਚਾਹੇ ਕੋਈ MLA ਹੋਵੇ, ਚਾਹੇ ਕੋਈ ਸਰਪੰਚ ਹੋਵੇ, ਚਾਹੇ ਕੋਈ ਉੱਪਰ ਵਾਲਾ ਮਿਨਿਸਟਰ ਹੋਵੇ, ਵੋਟਾਂ ਤੱਕ ਸੀਮਤ ਹੁੰਦੇ ਆ। ਲੇਕਿਨ ਵੋਟਾਂ ਤੋਂ ਬਾਅਦ ਜਿਹੜੇ ਆ ਇਹ ਚੱਲਦੇ ਫਿਰਦੇ ਦਿਖਾਈ ਦਿੰਦੇ ਆ। ਬਾਅਦ 'ਚ ਤੂੰ ਕੌਣ ਤੇ ਮੈਂ ਕੌਣ, ਇਹੋ ਜਿਹੀਆਂ ਗੱਲਾਂ ਤੇ ਉੱਤਰ ਆਉਂਦੇ ਆ। ਆਪਾਂ ਦੇਖ ਹੀ ਸਕਦੇ ਆ ਮੌਜੂਦਾ ਸਥਿਤੀ ਕੀ ਆ। ਮੌਜੂਦਾ ਸਥਿਤੀ ਵੀ ਹੁਣ ਲੀਡਰਾਂ ਨੇ ਪਿੰਡਾਂ ਦੇ ਵਿੱਚ ਆਉਣਾ ਸਟਾਰਟ ਕਰਤਾ, ਚਾਹੇ ਕੋਈ ਆਪ ਵਾਲਾ, ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਾਂਗਰਸੀ ਆ। ਪਿੰਡਾਂ ਦੇ ਵਿੱਚ ਆ ਕੇ ਲੋਕਾਂ ਨੂੰ ਲੋਲੀਪੌਪ ਦੇਣੇ ਸ਼ੁਰੂ ਕਰਤੇ। ਅਸੀਂ ਤੁਹਾਡੇ ਨਾਲ ਖੜੇ ਆ, ਅਸੀਂ ਤੁਹਾਡੇ ਨਾਲ ਖੜਾਂਗੇ, ਟੈਨਸ਼ਨ ਨਾ ਲਓ, ਅਸੀਂ ਤੁਹਾਡੇ ਮਕਾਨ ਵੀ ਬਣਾਵਾਂਗੇ। ਲੇਕਿਨ ਜਦੋਂ ਤੁਸੀਂ ਦੇਖੋ, ਜਦੋਂ ਵੋਟਾਂ ਪੈ ਗਈਆਂ ਉਦੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਦਿਖਾਈ ਨਹੀਂ ਦੇਣਾ। ਇਹਨਾਂ ਨੇ ਕਹਿਣਾ ਤੁਸੀਂ ਕੌਣ ਹੋ ਤੇ ਅਸੀਂ ਕੌਣ ਆ। ਜਾਣੀ ਕਿ ਇਹ ਜਿਹੜੇ ਲੀਡਰ ਨੇ ਸਿਰਫ ਵੋਟਾਂ ਤੱਕ ਹੀ ਸੀਮਤ ਰਹਿੰਦੇ ਆ, ਵੋਟਾਂ ਤੋਂ ਬਾਅਦ ਪਿੰਡਾਂ ਦੇ ਵਿੱਚ ਨਹੀਂ ਆਉਂਦੇ, ਗਰੀਬਾਂ ਦੀ ਜਿਹੜੀ ਆ ਸਾਰ ਨਹੀਂ ਲੈਂਦੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਆ, ਪਰਿਵਾਰ ਵੀ ਅਪੀਲ ਕਰਦਾ ਕਿ ਇਸ ਪਰਿਵਾਰ ਦੀ, ਇਸ ਗਰੀਬ ਪਰਿਵਾਰ ਦੀ ਜਿਨ੍ਹਾਂ ਦੇ ਕਿ 3 ਕੱਚੇ ਕਮਰੇ ਆ, ਯਾਨੀ ਕਿ ਫਿਰੋਜ਼ਪੁਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਕੱਚੇ ਕਮਰੇ, ਯਾਨੀ ਕਿ ਮਿੱਟੀ ਵਾਲੇ। ਇੱਕ ਤਾਂ ਹੁੰਦੇ ਆ ਇਕੱਲੀਆਂ ਛੱਤਾਂ ਕੱਚੀਆਂ ਹੁੰਦੀਆਂ, ਮਕਾਨ ਦੀ ਹਾਲਤ ਜਿਹੜੀ ਉਹ ਖਸਤਾ ਹੁੰਦੀ ਆ। ਲੇਕਿਨ ਇਹ ਬਿਲਕੁਲ ਕੱਚੇ ਮਕਾਨ ਆ, ਮਿੱਟੀ ਦੇ ਬਣੇ ਹੋਇਆ। ਕਿਸੇ ਵੇਲੇ ਵੀ ਤੇਜ਼ ਜਿਹੜਾ ਬਾਰਿਸ਼, ਲੰਮਾ ਸਮਾਂ ਅਗਰ ਬਾਰਿਸ਼ 1-2 ਦਿਨ ਪੈਂਦੀ ਆ ਤਾਂ ਇਹ ਜਿਹੜੇ ਮਕਾਨ ਆ ਇਹ ਉਸੇ ਪਾਣੀ ਦੇ ਵਹਾਵ ਦੇ ਨਾਲ ਹੀ ਵਹਿ ਜਾਣਗੇ। ਤੇ ਜਿਹੜੇ ਇਹਨਾਂ ਦੇ ਛੋਟੇ ਛੋਟੇ ਬੱਚੇ ਤੁਸੀਂ ਦੇਖੇ ਆ ਇੱਥੇ, ਉਹ ਜਿਹੜੇ ਆ ਉਹਨਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ। ਪਰਿਵਾਰਕ ਮੈਂਬਰਾਂ ਤੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿਹੜਾ ਜ਼ਿੰਮੇਵਾਰ ਆ ਉਹ ਸਰਕਾਰਾਂ ਹੀ ਹੋਣਗੀਆਂ। ਮੌਜੂਦਾ ਸਥਿਤੀ ਜਿਹੜੀ ਆ ਇਹਨਾਂ ਦੀ ਬਹੁਤ ਨਾਜ਼ੁਕ ਆ। ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ, ਇਸ ਪਰਿਵਾਰ ਵੱਲੋਂ ਉਹਨਾਂ ਸਰਪੰਚਾਂ ਨੂੰ ਵੀ ਅਪੀਲ ਕਰਦੇ ਹਾਂ, MLA ਨੂੰ ਵੀ ਅਪੀਲ ਕਰਦੇ ਹਾਂ, ਫਿਰੋਜ਼ਪੁਰ ਦਿਹਾਤੀ MLA ਮੈਡਮ ਸਤਕਾਰ ਕੌਰ ਗਹਿਰੀ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਵਿਕਾਸ ਆ ਉਹਦੇ ਵੱਲ ਦੇਖਿਆ ਜਾਵੇ, ਤਾਂ ਜੋ ਆਉਣ ਵਾਲੇ ਟਾਈਮ 'ਚ ਜਿਹੜੇ ਲੋਕ ਆ ਉਹਨਾਂ ਦਾ ਵਿਸ਼ਵਾਸ ਪਾਰਟੀਆਂ ਦੇ ਨੁਮਾਇੰਦਿਆਂ ਤੇ ਇਸੇ ਤਰ੍ਹਾਂ ਬਣਿਆ ਰਵੇ, ਤਾਂ ਜੋ ਲੋਕਾਂ ਦੇ ਕੰਮ ਕਰਵਾ ਸਕਣ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ ਦੀ ਲਾਈਵ ਰਿਪੋਰਟ।